अपना टॉपिक हैगा रूरल डेवलपमेंट। ਹੁਣ ਦੇਖੋ ਵੀ ਰੂਰਲ ਡਿਵੈਲਪਮੈਂਟ ਹੁੰਦੀ ਕੀ ਹੈ। ਹੁਣ ਦੇਖੋ ਜਿਸ ਤਰ੍ਹਾਂ ਮੀਨਿੰਗ ਵਿੱਚ ਤੁਹਾਨੂੰ ਦੱਸਿਆ ਜਾ ਰਿਹਾ ਹੈ, ਕਹਿੰਦੇ ਇਟ ਫੋਕਸ ਔਨ ਐਕਸ਼ਨ ਫॉर द ਡਿਵੈਲਪਮੈਂਟ ਆਫ ਏਰੀਆਜ਼ that are lagging behind in overall development in the village economy। ਹੁਣ ਦੇਖੋ ਜਿਹੜੇ ਆਪਣੇ ਕੋਲ ਕੁਝ ਪਿੰਡ ਹੈਗੇ ਹੈ ਜੋ ਕਾਫੀ ਪਿਛੜੇ ਹੋਏ ਹੈ, ਜਿਨ੍ਹਾਂ ਵਿੱਚ ਡਿਵੈਲਪਮੈਂਟ ਨਹੀਂ ਹੋਈ। ਲੈਗਿੰਗ ਦਾ ਮਤਲਬ ਹੁੰਦਾ ਪਿਛੜੇ ਹੋਏ। ਕਹਿੰਦੇ ਉਹਨਾਂ ਏਰੀਆਜ਼ ਨੂੰ ਡਿਵੈਲਪ ਕਰਨਾ ਹਰ ਇੱਕ ਪੱਖ ਤੋਂ, ਠੀਕ ਹੈ ਨਾ। ਮਤਲਬ ਮੇਨ ਗੌਰਮੈਂਟ ਦਾ ਫੋਕਸ ਕੀ ਹੁੰਦਾ ਹੈ, ਜਿਹੜੇ ਆਪਣੇ ਕੋਲ ਬਹੁਤ ਪਿਛੜੇ ਇਲਾਕੇ ਹੈਗੇ, ਜਿਹੜੇ ਪੇਂਡੂ ਏਰੀਆ ਆਪਣੇ ਕੋਲ ਹੈਗੇ ਉਹ ਬਹੁਤ ਪਿਛੜੇ ਹੋਏ ਹੈ, ਉਹਨਾਂ ਵਿੱਚ ਓਵਰਆਲ ਡਿਵੈਲਪਮੈਂਟ ਕਰਨੀ। ਹੁਣ ਆਪਣੇ ਕੋਲ ਮੇਨ ਆਉਂਦਾ ਵੀ ਓਵਰਆਲ ਡਿਵੈਲਪਮੈਂਟ ਤਾਂ ਕਿੱਦਾਂ ਹੋ ਸਕਦੀ ਹੈ, ਕਿਹੜੀ ਕਿਹੜੀ ਹੁੰਦੀ ਹੈ। ਦੇਖੋ ਵੀ ਸਭ ਤੋਂ ਪਹਿਲਾਂ ਆਪਣੇ ਕੋਲ ਹੁੰਦੀਆਂ ਸੜਕਾਂ, ਉੱਥੇ ਸੜਕਾਂ ਵਧੀਆ ਹੋਣੀਆਂ ਚਾਹੀਦੀਆਂ। ਦੂਸਰਾ ਆਪਣੇ ਕੋਲ ਆਉਂਦੀ ਹੈ ਜੀ ਪਹਿਲੇ ਨੰਬਰ 'ਤੇ ਸੜਕਾਂ, ਠੀਕ ਹੈ ਨਾ। ਹੁਣ ਅਗਰ ਜੇ ਆਪਾਂ ਬੇਸਿਕ ਨੈਸੈਸਿਟੀ ਦੀ ਗੱਲ ਕਰੀਏ ਤਾਂ ਰੋਟੀ, ਕੱਪੜਾ ਅਤੇ ਮਕਾਨ। ਮਤਲਬ ਉੱਥੇ ਲੋਕਾਂ ਦੀ ਰੋਟੀ ਦੀ ਜ਼ਰੂਰਤ ਪੂਰੀ ਹੋਵੇ, 3 ਟਾਈਮ ਰੋਟੀ ਮਿਲੇ, ਕੱਪੜੇ ਮਿਲਣ, ਉਹਨਾਂ ਕੋਲ ਰਹਿਣ ਵਾਸਤੇ ਛੱਤ ਹੋਵੇ, ਪੀਣ ਵਾਲਾ ਪਾਣੀ ਸਾਫ਼ ਹੋਵੇ, ਉਹਨੂੰ ਹੈਲਥ ਫੈਸਿਲਿਟੀ ਮਿਲਣੀਆਂ ਚਾਹੀਦੀਆਂ। ਮਗਰ ਠੀਕ ਹੈ ਨਾ, ਹੁਣ ਜੇ ਸਾਰੀਆਂ ਫੈਸਿਲਿਟੀਆਂ ਉੱਥੇ ਹੈਗੀਆਂ ਤਾਂ ਇਲਾਕਾ ਡਿਵੈਲਪ ਹੋ ਸਕਦਾ। ਹੁਣ ਆਪਾਂ ਮੇਨ ਫੋਕਸ ਕੀ ਕਰਨਾ ਹੈ, ਜਿਹੜੇ ਆਪਣੇ ਕੋਲ ਪਛੜੇ ਇਲਾਕੇ ਹੈ ਆਪਾਂ ਉਹਨਾਂ ਨੂੰ ਚੰਗੀ ਤਰ੍ਹਾਂ ਡਿਵੈਲਪ ਕਰਨਾ। ਮਤਲਬ ਹਰ ਇੱਕ ਤਰ੍ਹਾਂ ਦੀ ਡਿਵੈਲਪਮੈਂਟ ਉੱਥੇ ਹੋਣੀ ਚਾਹੀਦੀ ਹੈ। ਹੁਣ ਦੇਖੋ ਡਿਵੈਲਪਮੈਂਟ ਵਿੱਚ ਪਹਿਲੇ ਵੀ ਦੱਸ ਚੁੱਕੇ ਹਾਂ ਕੀ ਆਉਂਦਾ, ਬੇਸਿਕ ਨੈਸੈਸਿਟੀ ਥਿੰਗਸ, ਜੋ ਬੇਸਿਕ ਆਪਣੀ ਜਿੰਦਾ ਰਹਿਣ ਵਾਸਤੇ ਸਾਨੂੰ ਲੋੜ ਹੁੰਦੀ ਹੈ। ਜਿਸ ਤਰ੍ਹਾਂ ਆਪਣੇ ਕੋਲ ਆ ਗਿਆ ਰੋਟੀ, ਕੱਪੜਾ ਅਤੇ ਮਕਾਨ, ਫਿਰ ਉੱਥੇ ਪਾਣੀ ਦਾ ਪ੍ਰਬੰਧ ਹੋਵੇ, ਹੈਲਥ ਫੈਸਿਲਿਟੀਜ਼ ਹੋਣੀਆਂ ਚਾਹੀਦੀਆਂ, ਹੌਸਪੀਟਲ ਹੋਣੇ ਚਾਹੀਦੇ ਆ, ਬੱਚਿਆਂ ਲਈ ਸਕੂਲ ਹੋਣੀ ਚਾਹੀਦੀ ਹੈ, ਆਪਣੇ ਕੋਲ ਸੜਕਾਂ ਹੋਣੀਆਂ ਚਾਹੀਦੀਆਂ, ਟਰਾਂਸਪੋਰਟੇਸ਼ਨ ਈਜ਼ਲੀ ਅਵੇਲੇਬਲ ਹੋਣੀ ਚਾਹੀਦੀ ਹੈ ਤਾਂ ਕਿ ਹਰ ਚੀਜ਼ ਉੱਥੇ ਮੁਹੱਈਆ ਕਰਾਈ ਜਾ ਸਕੇ। ਦਿਸ ਇਜ਼ ਕਾਲਡ ਆ ਰੂਰਲ ਡਿਵੈਲਪਮੈਂਟ, ਠੀਕ ਹੈ ਨਾ। ਰੂਰਲ ਏਰੀਆ ਕਿਹੜਾ ਹੁੰਦਾ ਜਿਹੜਾ ਡਿਵੈਲਪ ਨਹੀਂ ਹੋਇਆ ਹੁੰਦਾ, ਉੱਥੇ ਆਪਾਂ ਵਰਡ ਕਰਦੇ ਹਾਂ ਰੂਰਲ ਏਰੀਆ। ਪਛੜੇ ਇਲਾਕੇ ਜਿਹੜੇ ਆਪਣੇ ਕੋਲ ਹੁੰਦੇ ਆ। ਅਰਬਨ ਏਰੀਆ ਦਾ ਆਪਣੇ ਕੋਲ ਸ਼ਹਿਰੀ ਇਲਾਕਾ ਹੁੰਦਾ। ਹੁਣ ਅੱਜ ਕੱਲ੍ਹ ਤਾਂ ਕਈ ਪਿੰਡਾਂ ਵੀ ਸ਼ਹਿਰਾਂ ਵਰਗੇ ਆਪਾਂ ਰੂਰਲ ਨਹੀਂ ਨਾ ਕਹਿ ਸਕਦੇ, ਕਿਉਂਕਿ ਉਹਨਾਂ ਵਿੱਚ ਫੈਸਿਲਿਟੀ ਹੈਗੀਆਂ, ਹਰ ਤਰ੍ਹਾਂ ਦੀ ਫੈਸਿਲਿਟੀ ਅਵੇਲੇਬਲ ਹੁੰਦੀ ਹੈ। ਜਿੱਥੇ ਆਪਣੀ ਓਵਰਆਲ ਫੈਸਿਲਿਟੀਜ਼ ਅਵੇਲੇਬਲ ਨਹੀਂ ਹੁੰਦੀ ਆਪਾਂ ਉਹਨੂੰ ਕਹਿੰਦੇ ਹਾਂ ਰੂਰਲ ਏਰੀਆ। ਸੋ ਆਪਾਂ ਇਹਨਾਂ ਚੀਜ਼ਾਂ ਉੱਪਰ ਫੋਕਸ ਕਰਨਾ। ਹੁਣ ਦੇਖੋ ਮੇਨ ਆਪਣੇ ਕੋਲ ਅੱਗੇ ਕੁਝ ਚੈਲੰਜਿਸ ਹੈਗੇ ਰੂਰਲ ਡਿਵੈਲਪਮੈਂਟ ਦੇ। ਦੇਖੋ ਕਿਹੜੇ ਕਿਹੜੇ ਚੈਲੰਜਿਸ ਹੈਗੇ ਆ। ਫਸਟ ਆਪਣੇ ਕੋਲ ਹੈਗਾ ਡਿਵੈਲਪਮੈਂਟ ਆਫ ਅ ਹਿਊਮਨ ਰਿਸੋਰਸ। ਦੇਖੋ ਸਭ ਤੋਂ ਬੜੀ ਗੱਲ ਹੈ, ਸਭ ਕੁਝ ਤੁਹਾਨੂੰ ਮਿਲ ਜੂਗਾ, ਸੜਕਾਂ ਵੀ ਹੋਣਗੀਆਂ, ਰੋਟੀ, ਕੱਪੜਾ, ਮਕਾਨ ਵੀ ਹੋਊਗਾ, ਪਰ ਸਭ ਤੋਂ ਬੜੀ ਗੱਲ ਹੈ ਉੱਥੇ ਦਾ ਹਿਊਮਨ ਡਿਵੈਲਪ ਹੋਣਾ ਚਾਹੀਦਾ। ਹੁਣ ਦੇਖੋ ਹਿਊਮਨ ਦੇ ਨਾਲ ਵਰਡ ਲੱਗਿਆ ਹੋਇਆ ਰਿਸੋਰਸ, ਠੀਕ ਹੈ ਨਾ, ਹਿਊਮਨ ਰਿਸੋਰਸਿਸ। ਹੁਣ ਦੇਖੋ ਜੇ ਮੈਂ ਤੁਹਾਨੂੰ ਸਮਝਾਉਣ ਦੀ ਗੱਲ ਕਰਾਂ, ਹਿਊਮਨ ਰਿਸੋਰਸਿਸ ਬੀਇੰਗ ਵੈਰੀ ਬੇਸਿਕ ਇਨਪੁਟ ਫॉर द ਪ੍ਰੋਡਕਸ਼ਨ ਆਫ ਗੁੱਡਸ ਐਂਡ ਸਰਵਿਸਿਜ਼ ਨੀਡ ਟੂ ਡਿਵੈਲਪ ਐਕਸਟੈਂਸਿਵਲੀ। ਹੁਣ ਦੇਖੋ ਜਿਹੜਾ ਆਪਣਾ ਹਿਊਮਨ ਨੂੰ ਆਪਾਂ ਰਿਸੋਰਸ ਮੰਨਦੇ ਹਾਂ, ਆਪਾਂ ਕਿਉਂ ਰਿਸੋਰਸ ਮੰਨਦੇ ਹਾਂ, ਪਿਛਲੇ ਟੌਪਿਕ ਵਿੱਚ ਆਪਾਂ ਡਿਸਕਸ ਕੀਤਾ ਹੋਇਆ। ਹੁਣ ਕਹਿੰਦੇ ਜਿੰਨੇ ਵੀ ਆਪਣੇ ਕੋਲ ਬੇਸਿਕ ਇਨਪੁਟ ਹੁੰਦੀ ਆ, ਪ੍ਰੋਡਕਸ਼ਨ ਹੁੰਦੀ ਹੈ ਗੁੱਡਸ ਦੀ, ਚਾਹੇ ਉਹ ਸਰਵਿਸਿਜ਼ ਆਪਾਂ ਪ੍ਰੋਵਾਈਡ ਕਰਦੇ ਹਾਂ, ਸੋ ਮੇਨ ਤਾਂ ਹਿਊਮਨ ਹੀ ਪ੍ਰੋਵਾਈਡ ਕਰਦਾ ਨਾ। ਸੋ ਮੇਨ ਆਪਣੇ ਕੋਲ ਕੀ ਹੈ, ਆਪਣੇ ਕੋਲ ਹਿਊਮਨ ਸਕਿਲਡ ਹੋਣਾ ਚਾਹੀਦਾ। ਸਕਿਲਡ ਦਾ ਮਤਲਬ ਹੈ ਆਪਣੇ ਕੰਮ 'ਚ ਨਿਪੁੰਨ ਹੋਣਾ ਚਾਹੀਦਾ। ਜੇ ਕਿਸੇ ਬੰਦੇ ਕੋਲ ਕੋਈ ਸਕਿੱਲ ਅਵੇਲੇਬਲ ਹੋਊਗੀ ਤਾਂ ਹੀ ਉਹਨੂੰ ਜੋਬ ਮਿਲੂਗੀ, ਤਾਂ ਹੀ ਉਹ ਐਮਪਲੋਈ ਹੋਏਗਾ। ਜੇ ਐਮਪਲੋਈ ਹੋਏਗਾ ਫਿਰ ਉਹਨੂੰ ਸੈਲਰੀ ਮਿਲੇਗੀ, ਜੇ ਸੈਲਰੀ ਮਿਲੇਗੀ ਤਾਂ ਆਪਣੀ ਬੇਸਿਕ ਨੈਸੈਸਿਟੀ ਚੀਜ਼ਾਂ ਨੂੰ ਪੂਰੀਆਂ ਕਰ ਸਕਦਾ। ਤਾਂ ਹੀ ਉਹ ਪਹਿਲਾ ਵਰਡ ਯੂਜ਼ ਕਰਦਾ ਹੈ। ਜੇ ਰੂਰਲ ਡਿਵੈਲਪਮੈਂਟ ਵਿੱਚ ਪਹਿਲਾ ਚੈਲੰਜ ਕੀ ਹੈ, ਉੱਥੇ ਦੇ ਲੋਕਾਂ ਨੂੰ ਡਿਵੈਲਪ ਕਰਨਾ, ਕਿਉਂਕਿ ਜਿਹੜਾ ਹਿਊਮਨ ਬੀਇੰਗ ਹੈ ਉਹ ਰਿਸੋਰਸ ਹੈ। ਕੰਪਨੀ ਨੂੰ ਰਿਸੋਰਸ ਮੰਨਦੀ ਹੈ। ਰਿਸੋਰਸ ਦਾ ਮਤਲਬ ਕੀ ਹੈ, ਉਹ ਕੰਪਨੀ ਵਾਸਤੇ ਕੰਮ ਕਰਦਾ ਹੈ, ਠੀਕ ਹੈ ਨਾ। ਚਾਹੇ ਉਹ ਪ੍ਰੋਡਕਟਿਵ ਥਿੰਗਸ ਹੋਣ, ਚਾਹੇ ਉਹ ਨੋਨ ਪ੍ਰੋਡਕਟਿਵ ਥਿੰਗਸ ਹੋਣ। ਪ੍ਰੋਡਕਟਿਵ ਥਿੰਗਸ ਕਿਹੜੀਆਂ ਹੁੰਦੀਆਂ ਅਸੀਂ ਅੱਗੇ ਜਾ ਕੇ ਪੜ੍ਹਾਂਗੇ। ਹੁਣ ਦੇਖੋ ਲਿਟਰੇਸੀ, ਮੋਰ ਸਪੈਸ਼ਲੀ ਫੀਮੇਲ ਲਿਟਰੇਸੀ, ਐਜੂਕੇਸ਼ਨ ਐਂਡ ਸਕਿੱਲ ਡਿਵੈਲਪਮੈਂਟ, ਠੀਕ ਹੈ ਨਾ। ਹੁਣ ਮੇਨ ਆਪਣੇ ਕੋਲ ਜੇ ਆਪਾਂ ਹਿਊਮਨ ਰਿਸੋਰਸ ਕਰਦੇ ਹਾਂ ਤਾਂ ਆਪਣੇ ਕੋਲ ਕੀ ਹੁੰਦਾ, ਬੰਦਾ ਪੜ੍ਹਿਆ ਲਿਖਿਆ ਹੋਵੇ, ਚਾਹੇ ਉਹ ਮੇਲ ਹੈਗਾ ਚਾਹੇ ਉਹ ਫੀਮੇਲ ਹੈਗਾ, ਠੀਕ ਹੈ। ਉਹਦੇ ਵਾਸਤੇ ਐਜੂਕੇਸ਼ਨ ਨੈਸੈਸਿਟੀ ਹੈ ਅਤੇ ਉਹਦੇ ਵਿੱਚ ਕੋਈ ਨਾ ਕੋਈ ਸਕਿੱਲ ਵੀ ਡਿਵੈਲਪ ਹੋਣੀ ਚਾਹੀਦੀ ਹੈ। ਜਿਹੜੀ ਸਕਿੱਲ ਡਿਵੈਲਪ ਹੁੰਦੀ ਹੈ ਉੱਦਾਂ ਨਹੀਂ ਆਉਂਦੀ, ਉਹ ਸਿੱਖੇ 'ਤੇ ਆਉਂਦੀ ਹੈ। ਕਈ ਕੰਪਨੀਜ਼ ਤਾਂ ਟ੍ਰੇਨਿੰਗ ਵੀ ਪ੍ਰੋਵਾਈਡ ਕਰਦੀਆਂ ਜਿਹੜੇ ਆਪਣੇ ਕੋਲ ਨਵੇਂ ਮਤਲਬ ਰਿਕਰੂਟਮੈਂਟ ਹੁੰਦੀ ਹੈ। ਹੈਲਥ ਐਡਰੈਸਿੰਗ ਬੋਥ ਸੈਨੀਟੇਸ਼ਨ ਐਂਡ ਪਬਲਿਕ ਹੈਲਥ। ਹੁਣ ਦੇਖੋ ਜੀ, ਚਾਹੇ ਆਪਣੇ ਕੋਲ ਹੈਲਥ ਦੀ ਗੱਲ ਹੋਵੇ, ਚਾਹੇ ਆਪਣੇ ਕੋਲ ਪਾਣੀ ਦੀ ਗੱਲ ਹੋਵੇ, ਠੀਕ ਹੈ ਨਾ, ਇਹ ਸਾਰੀਆਂ ਚੀਜ਼ਾਂ ਡਿਵੈਲਪ ਹੋਣੀਆਂ, ਕਿਉਂਕਿ ਇਹਨਾਂ ਦੇ ਬਿਹਾਫ ਉੱਪਰ ਬੰਦਾ ਕੰਮ ਕਰਦਾ। ਜੇ ਉਹਨੂੰ ਵੀ ਬੇਸਿਕ ਚੀਜ਼ਾਂ ਨਹੀਂ ਮਿਲੂਗੀਆਂ ਤਾਂ ਬੰਦਾ ਡਿਵੈਲਪ ਨਹੀਂ ਹੋ ਸਕਦਾ, ਠੀਕ ਹੈ ਨਾ। ਸੋ ਆਪਾਂ ਫੋਕਸ ਕੀ ਦੇਣਾ,
फोकस किस चीज़ उपर करना, जे बंदे नूं डेवलप करना है ਉਹਨੂੰ ਕਿੱਦਾਂ ਐਜੂਕੇਸ਼ਨ ਪ੍ਰੋਵਾਈਡ ਕਰਨੀ ਹੈ, ਉਹਨੂੰ ਕਿੱਦਾਂ ਟ੍ਰੇਨਿੰਗ ਪ੍ਰੋਵਾਈਡ ਕਰਨੀ ਹੈ ਤਾਂ ਕਿ ਉਹ ਸਕਿਲਡ ਹੋ ਸਕੇ। ਠੀਕ ਹੈ ਨਾ। ਸੋ ਉਹਦੇ ਵਾਸਤੇ ਹੈਲਥ ਫੈਸਿਲਿਟੀਜ਼ ਕਿਹੜੀਆਂ ਉਹਨੂੰ ਦੇਣੀਆਂ ਵੈ। ਠੀਕ ਹੈ ਨਾ। ਰੋਟੀ ਕੱਪੜਾ ਮਕਾਨ ਉਹਨੂੰ ਕਿੱਦਾਂ ਦੇਣਾ ਹੈ, ਜੇ ਕੱਲ੍ਹ ਨੂੰ ਉਹਦੀ ਸਿਹਤ ਨੂੰ ਕੋਈ ਖਰਾਬੀ ਹੁੰਦੀ ਹੈ ਤਾਂ ਹੈਲਥ ਫੈਸਿਲਿਟੀਜ਼ ਕਿਹੜੀਆਂ ਉਹਨੂੰ ਪ੍ਰੋਵਾਈਡ ਕਰਾਉਣੀਆਂ। ਸੋ ਫਸਟ ਪੁਆਇੰਟ ਵਿੱਚ ਹੈ ਸੋ ਅੱਧਾ ਡਿਵੈਲਪਮੈਂਟ ਹੋ ਸਕਦੀ ਹੈ, ਪਰ ਇਹ ਬਹੁਤ ਔਖਾ ਹੈ, ਤਾਂ ਹੀ ਉੱਪਰ ਵਰਡ ਯੂਜ਼ ਹੋਇਆ ਚੈਲੰਜਸ। ਦੂਜਾ ਆਪਣੇ ਕੋਲ ਆ ਗਿਆ ਜੀ ਲੈਂਡ ਰੀਫਾਰਮਸ। Land reforms are very urgently required because land is a very strategic in a rural development. Land reforms देखो की आंदा improvement in agriculture productivity। ਜਿਹੜੀ ਆਪਣੇ ਕੋਲ ਐਗਰੀਕਲਚਰ ਪ੍ਰੋਡਕਸ਼ਨ ਹੁੰਦੀ ਹੈ, ਚਾਹੇ ਉਹ ਕਣਕ ਦੀ ਖੇਤੀ ਹੋਵੇ, ਚਾਹੇ ਤੁਸੀਂ ਚੌਲਾਂ ਦੀ ਖੇਤੀ ਕਰਦੇ ਹੋ। ਠੀਕ ਹੈ ਨਾ। ਹੁਣ ਦੇਖੋ ਫਾਰਮ ਦੇ ਅੱਗੇ ਵਰਡ ਹੈਗਾ ਰੀਫਾਰਮ, ਧਰਤੀ ਨੂੰ ਦੁਬਾਰਾ ਫਾਰਮ ਵਿੱਚ ਲੈ ਕੇ ਆਉਣਾ ਤਾਂ ਕਿ ਅੱਗੇ ਉਹ ਪ੍ਰੋਡਕਸ਼ਨ ਕਰ ਸਕੇ। ਸੋ ਉਹਦੇ ਵਾਸਤੇ ਕੀ ਹੈ, ਖਾਦਾਂ ਦੀ ਲੋੜ ਪਊਗੀ ਤੁਹਾਨੂੰ। ਠੀਕ ਹੈ ਨਾ। ਫਰਟੀਲਾਈਜ਼ਰ ਦੀ ਲੋੜ ਤੁਹਾਨੂੰ ਉੱਥੇ ਪਊਗੀ। ਠੀਕ ਹੈ। ਤੁਹਾਨੂੰ ਉੱਥੇ ਦਵਾਈਆਂ ਦੀ ਲੋੜ ਪਊਗੀ ਜੋ ਤੁਸੀਂ ਉਹਦੇ ਉੱਪਰ ਛਿੜਕਾਅ ਕਰਨੇ ਆਪਣੀ ਫਸਲ ਨੂੰ ਬਚਾਉਣ ਵਾਸਤੇ। ਸੋ ਪ੍ਰੋਟੈਕਸ਼ਨ ਆਫ ਦੀ ਰਾਈਟ ਆਫ ਦੀ ਟਿਲਰ ਆਫ ਸੋਇਲ। ਹੁਣ ਦੇਖੋ ਡਿਵੈਲਪਮੈਂਟ ਕਿੱਦਾਂ ਹੋਊਗਾ, ਕੁਛ ਬੰਦੇ ਖੁਦ ਆਪਣੀ ਜ਼ਮੀਨ 'ਤੇ ਖੇਤੀ ਕਰਦੇ ਔਰ ਕੁਛ ਬੰਦੇ ਕੀ ਹੈ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਦੇ ਹੈ। ਜੋ ਟਿਲਰ ਆਫ ਸੋਇਲ ਕਿਹੜਾ ਹੁੰਦਾ ਹੈ, ਜਿਹੜਾ ਖੇਤੀ ਕਰਦਾ। ਠੀਕ ਹੈ ਨਾ। ਹੁਣ ਉਹਦੇ ਹੱਕਾਂ ਦੀ ਰਾਖੀ ਕਿੱਦਾਂ ਕਰਨੀ ਹੈ, ਤਾਂ ਗੌਰਮੈਂਟ ਨੇ ਉਹਦੇ ਵਾਸਤੇ ਰੂਲ ਬਣਾਇਆ ਹੋਇਆ। ਜਿਹੜਾ ਬੰਦਾ ਕਿਸੇ ਦੀ ਜ਼ਮੀਨ ਰੈਂਟ 'ਤੇ ਲੈ ਕੇ ਖੇਤੀ ਕਰਦਾ ਤਾਂ ਉਹਦਾ ਇੱਕ ਐਗਰੀਮੈਂਟ ਸਾਈਨ ਹੁੰਦਾ 11 ਮਹੀਨੇ ਵਾਸਤੇ। ਠੀਕ ਹੈ ਨਾ। ਜੋ ਉਹਦੇ ਵਿੱਚ ਫਾਰਮਸ ਲਿਖੀਆਂ ਹੁੰਦੀਆਂ ਉਸ ਫਾਰਮ ਦੇ ਹਿਸਾਬ ਨਾਲ ਖੇਤੀ ਕਰਦਾ ਅਤੇ ਇੰਨਾ ਕਰੰਟ ਉਹਨੂੰ ਉਸ ਧਰਤੀ ਦੇ ਮਾਲਕ ਨੂੰ ਦੇਣਾ ਪੈਂਦਾ। ਉਹਦੇ ਹੱਕਾਂ ਦੀ ਰਾਖੀ ਕੀਤੀ ਗਈ ਹੈ। ਤੁਸੀਂ ਪਹਿਲਾਂ ਪੜ੍ਹ ਚੁੱਕੇ ਹੋ, ਜੋ ਆਪਣੇ ਕੋਲ ਜ਼ਮੀਨਦਾਰ ਹੁੰਦੇ ਸੀ ਪਿਛਲੇ ਚੈਪਟਰ ਦੇ ਵਿੱਚ ਆਪਾਂ ਡਿਸਕਸ ਕਰ ਚੁੱਕੇ ਹਾਂ। ਉਹ ਟਿਲਰ ਆਫ ਸੋਇਲ ਤੋਂ ਫਸਲ ਵਿੱਚ ਵੀ ਹਿੱਸਾ ਲੈਂਦੇ ਹੁੰਦੇ ਸੀਗੇ, ਉਹਦੇ ਪ੍ਰੋਫਿਟ ਵਿੱਚੋਂ ਵੀ ਹਿੱਸਾ ਲੈਂਦੇ ਹੁੰਦੇ ਸੀ, ਪਰ ਜੋ ਲੋਸ ਹੁੰਦਾ ਸੀ ਉਹ ਇਕੱਲਾ ਟਿਲਰ ਆਫ ਸੋਇਲ ਉਹਨੂੰ ਬੀਅਰ ਕਰਦਾ ਸੀ, ਉਹ ਬੀਅਰ ਨਹੀਂ ਕਰਦੇ ਸੀ। ਉਹਨਾਂ ਦੀ ਰਾਖੀ ਕੀਤੀ ਗਈ ਅਧਿਕਾਰਾਂ ਦੀ। ਇਹ ਵੀ ਕਰਨਾ ਪਊਗਾ ਅਗਰ ਆਪਾਂ ਡਿਵੈਲਪਮੈਂਟ ਕਰਨੀ ਹੈ। ਠੀਕ ਹੈ ਨਾ। ਹੁਣ ਦੇਖੋ ਜਿਹੜਾ ਆਪਣੇ ਕੋਲ ਕਲਟੀਵੇਟਰਸ ਹੁੰਦੇ ਜਿਹੜੇ ਖੇਤੀ ਕਰਦੇ ਹੈ, ਉਹਨਾਂ ਨੂੰ ਨੁਕਸਾਨ ਵੀ ਹੁੰਦੇ ਹੈ। ਕਈ ਵਾਰ ਆਪਣੇ ਕੋਲ ਗੜੇ ਪੈ ਜਾਂਦੇ ਹੈ। ਠੀਕ ਹੈ ਨਾ। ਕਈ ਵਾਰ ਫਸਲ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ। ਸੋ ਗੌਰਮੈਂਟ ਉਹਨਾਂ ਵਾਸਤੇ ਫੈਸਿਲਿਟੀਜ਼ ਪ੍ਰੋਵਾਈਡ ਕਰਦੀਆਂ, ਉਹਨੂੰ ਮੁਆਵਜ਼ਾ ਦਿੰਦੀਆਂ। ਸੋ ਦਿਸ ਇਜ਼ ਕਾਲਡ ਲੈਂਡ ਰੀਫਾਰਮਸ। ਇਹ ਵੀ ਚੈਲੰਜਿਸ ਹੈ ਕਿਉਂਕਿ ਸਰਕਾਰ ਨੇ ਪੈਸਾ ਲੈਣਾ, ਸਰਕਾਰ ਕੋਲ ਤਾਂ ਪਹਿਲੇ ਪੈਸਾ ਨਹੀਂ ਹੁੰਦਾ। ਨੈਕਸਟ ਆਪਣੇ ਕੋਲ ਆ ਗਿਆ ਜੀ ਡਿਵੈਲਪਮੈਂਟ ਆਫ ਇਨਫਰਾਸਟਰਕਚਰ। ਹੁਣ ਦੇਖੋ ਅਸੀਂ ਡਿਵੈਲਪਮੈਂਟ ਦੀ ਗੱਲ ਕਰਦੇ ਉੱਪਰ ਆਪਾਂ ਹਿਊਮਨ ਵੀ ਡਿਵੈਲਪ ਕਰਤਾ, ਅਸੀਂ ਲੈਂਡ ਵੀ ਰੀਫਾਰਮ ਕਰਤੀ। ਠੀਕ ਹੈ ਨਾ। ਹੁਣ ਇਨਫਰਾਸਟਰਕਚਰ ਵੀ ਤਾਂ ਸਾਨੂੰ ਚਾਹੀਦਾ ਹੈ। ਹੁਣ ਦੇਖੋ ਇਨਫਰਾਸਟਰਕਚਰ ਕੀ ਹੁੰਦਾ, ਇਲੈਕਟ੍ਰੀਸਿਟੀ। ਅੱਜ ਕੱਲ੍ਹ ਦੀ ਖੇਤੀਬਾੜੀ 'ਤੇ ਇਲੈਕਟ੍ਰੀਸਿਟੀ ਉੱਪਰ ਡਿਪੈਂਡ ਹੈ ਕਿਉਂਕਿ ਮੋਟਰ ਚੱਲਣੀ ਹੈ, ਮੋਟਰ ਬਿਜਲੀ ਨਾਲ ਚੱਲਣੀ ਹੈ। ਇਰੀਗੇਸ਼ਨ ਫੈਸਿਲਿਟੀਜ਼ ਚਾਹੀਦੀਆਂ, ਟਰਾਂਸਪੋਰਟੇਸ਼ਨ ਫੈਸਿਲਿਟੀਜ਼ ਚਾਹੀਦੀਆਂ ਕਿਉਂਕਿ ਫਸਲ ਨੂੰ ਇੱਕ ਜਗ੍ਹਾ ਦੂਸਰੀ ਜਗ੍ਹਾ ਵੀ ਤਾਂ ਲੈ ਕੇ ਜਾਣਾ ਹੈ। ਠੀਕ ਹੈ ਨਾ। ਹੁਣ ਦੇਖੋ ਕਈ ਵਾਰ ਕਿਸਾਨਾਂ ਕੋਲ ਪੈਸਾ ਨਹੀਂ ਹੁੰਦਾ, ਉਹਨਾਂ ਨੇ ਬੀਜ ਲੈਣਾ ਹੁੰਦਾ ਤਾਂ ਉਹਦੇ ਵਾਸਤੇ ਕ੍ਰੈਡਿਟ ਫੈਸਿਲਿਟੀ ਵੀ ਚਾਹੀਦੀ ਹੈ, ਬੈਂਕ ਲੋਨ ਦੇਣ ਵਾਲਾ ਬਣੇ ਔਰ ਰੇਟ ਆਫ ਇੰਟਰਸਟ ਵੀ ਉਹਦੇ ਉੱਪਰ ਘੱਟ ਹੋਣਾ ਚਾਹੀਦਾ। ਠੀਕ ਹੈ ਨਾ। ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਜੀ ਟਰਾਂਸਪੋਰਟ ਫੈਸਿਲਿਟੀਜ਼। ਹੁਣ ਦੇਖੋ ਕਿਹੜੀ ਹੁੰਦੀ ਹੈ, ਕੰਸਟਰਕਸ਼ਨ ਆਫ ਵਿਲੇਜ ਰੋਡਸ, ਸੜਕਾਂ ਬਣੀਆਂ ਹੋਣੀਆਂ ਚਾਹੀਦੀਆਂ। ਠੀਕ ਹੈ ਨਾ। ਅਗਰ ਤੁਹਾਡੇ ਪਿੰਡ ਤੱਕ ਸੜਕ ਜਾਂਦੀ ਹੋਊਗੀ ਤਾਂ ਉੱਥੇ ਈਜ਼ੀਲੀ ਟਰਾਂਸਪੋਰਟਰ ਅਵੇਲੇਬਲ ਕਰਾ ਦੂਗਾ ਟਰਾਂਸਪੋਰਟ ਨੂੰ। ਪਰ ਅਗਰ ਉੱਥੇ ਸੜਕ ਹੀ ਵਧੀਆ ਨਹੀਂ ਹੋਊਗੀ, ਹਰ ਇੱਕ ਟਰਾਂਸਪੋਰਟ ਕਹੂਗਾ ਨਹੀਂ ਵੀ ਉੱਥੇ ਕੁਛ ਨਹੀਂ ਹੋ ਸਕਦਾ। ਸੋ ਉਹਦੇ ਵਾਸਤੇ ਕੀ ਹੈ, ਸੜਕਾਂ ਬਣੀਆਂ ਹੋਣੀਆਂ ਚਾਹੀਦੀਆਂ। ਨੈਕਸਟ ਆਪਣੇ ਕੋਲ ਆ ਗਿਆ ਐਲੀਵੇਸ਼ਨ ਆਫ ਪੋਵਰਟੀ। ਔਨ ਥਰਡ ਰੂਲਰ ਸਟਿਲ ਲਾਈਵ ਆਬਜੈਕਟ ਆਫ ਪੋਵਰਟੀ। ਹੁਣ ਦੇਖੋ ਪੋਵਰਟੀ ਆਈ ਕਿਉਂ। ਪੋਵਰਟੀ ਵਰਡ ਦਾ ਮਤਲਬ ਹੈ ਜਿਹੜੇ ਲੋਕੀ ਆਪਣੀ ਨੈਸੈਸਿਟੀ ਆਫ ਥਿੰਗਸ ਨੂੰ ਪੂਰਾ ਨਹੀਂ ਕਰ ਪਾਉਂਦੇ, ਰੋਟੀ ਕੱਪੜਾ ਮਕਾਨ, ਰੋਟੀ 3 ਟਾਈਮ ਉਹਨੂੰ ਨਹੀਂ ਮਿਲਦੀ, ਉਹ ਗਰੀਬੀ ਹੈ। ਠੀਕ ਹੈ। ਹੁਣ ਮੰਨ ਲਓ ਕਈ ਦਿਨਾਂ ਤੱਕ ਨਹੀਂ ਮਿਲੀ, ਉਹ ਫਿਰ ਬਿਲੋ ਪੋਵਰਟੀ ਲਾਈਨ ਨੂੰ BPLs ਕਹਿੰਦੇ ਆ। ਹੁਣ ਦੇਖੋ ਸਪੈਸ਼ਲ ਮੇਜਰਮੈਂਟ ਕਰਨੀ ਚਾਹੀਦੀ ਹੈ ਵੀ ਕਿਹੜੇ ਲੋਕ ਗਰੀਬ ਹੈ। ਸੋ ਉਹਨਾਂ ਵਾਸਤੇ ਸਪੈਸ਼ਲ ਫੈਸਿਲਿਟੀਜ਼ ਹੋਣੀਆਂ ਚਾਹੀਦੀਆਂ। ਜਿੱਦਾਂ ਲੋਕਾਂ ਨੇ ਹੁਣ ਉੱਥੇ ਨੀਲੇ ਕਾਰਡ ਬਣਾਏ ਹੋਏ ਵੀ ਉਹਨੂੰ ਰਾਸ਼ਨ ਹੈ, ਦਾਲ ਹੈ ਜਾਂ ਆਪਣੇ ਕੋਲ ਕਣਕ ਉਹ ਸਸਤੀ ਮਿਲੂਗੀ। ਠੀਕ ਹੈ ਨਾ। ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਜੀ ਐਫਰਟ ਸ਼ੁੱਡ ਬੀ ਬ੍ਰਿੰਗ ਅਬਾਊਟ ਇੰਪਰੂਵਮੈਂਟ ਇਨ ਲਿਵਿੰਗ ਕੰਡੀਸ਼ਨਸ। ਹੁਣ ਦੇਖੋ ਜਿਹੜੇ ਆਪਣੇ ਕੋਲ ਪਾਪੂਲੇਸ਼ਨ ਜ਼ਿਆਦਾ ਹੈ, ਜਿਹੜਾ ਉਹਦੇ ਵਿੱਚ ਵੀਕਰ ਸੈਕਸ਼ਨ ਹੈ, ਵੀਕਰ ਦਾ ਮਤਲਬ ਕੀ ਹੈ, ਜਿਹੜੀ ਆਪਣੀ ਨੈਸੈਸਿਟੀ ਆਫ ਥਿੰਗਸ ਨੂੰ ਪੂਰਾ ਨਹੀਂ ਕਰ ਪਾਉਂਦਾ। ਸੋ ਉਹਦੇ ਵਾਸਤੇ ਕੀ ਇੰਪਰੂਵਮੈਂਟਸ ਅਸੀਂ ਕਰ ਸਕਦੇ ਹਾਂ ਵੀ ਉਹਦੀ ਲਿਵਿੰਗ ਕੰਡੀਸ਼ਨ, ਰਹਿਣ ਦਾ ਤਰੀਕਾ ਬਹੁਤ ਵਧੀਆ ਹੋ ਸਕੇ। ਸੋ ਇਹ ਵੀ ਇੱਕ ਤਰ੍ਹਾਂ ਚੈਲੰਜ ਹੈ ਕਿਉਂਕਿ ਇਕੱਲਾ ਅਸੀਂ ਹਿਊਮਨ ਨੂੰ ਡਿਵੈਲਪ ਕਰ ਦਈਏ ਤਾਂ ਵੀ ਗੱਲ ਨਹੀਂ ਬਣਦੀ, ਲੈਂਡ ਨੂੰ ਡਿਵੈਲਪ ਕਰ ਦਈਏ ਤਾਂ ਵੀ ਗੱਲ ਨਹੀਂ ਬਣਦੀ, ਇਨਫਰਾਸਟਰਕਚਰ ਡਿਵੈਲਪ ਕਰ ਦਈਏ ਤਾਂ ਵੀ ਗੱਲ ਨਹੀਂ ਬਣਦੀ। ਹੁਣ ਦੇਖੋ ਆਪਣੇ ਕੋਲ ਕੀ ਇਨਫਰਾਸਟਰਕਚਰ ਹੈ, ਲੈਂਡ ਰੀਫਾਰਮਸ ਹੈਗੀਆਂ ਔਰ ਆਪਣੇ ਕੋਲ ਸਾਰੀਆਂ ਫੈਸਿਲਿਟੀਜ਼ ਹੈਗੀਆਂ। ਠੀਕ ਹੈ ਨਾ। ਹੁਣ ਹਰ ਇੱਕ ਕਿਸਾਨ ਕੀ ਹੈ ਬੀਜ ਨਹੀਂ ਖਰੀਦ ਸਕਦਾ,
ਤਾਂ ਉਹਦੇ ਵਾਸਤੇ ਕੀ ਹੈਗਾ, ਉਹਨੂੰ ਕ੍ਰੈਡਿਟ ਲੋਨ ਲੈਣਾ ਪਊਗਾ। ਪਰ ਬੈਂਕ ਲੋਨ ਕਿਉਂ ਦੇਊਗਾ, ਜਦੋਂ ਉਹਦੇ ਕੋਲ ਕੀ ਹੈਗਾ, ਕੁਛ ਨਾ ਕੁਛ ਇਨਕਮ ਉਹਨੂੰ ਸ਼ੋਅ ਕਰਨੀ ਪਊਗੀ। ਅਗਰ ਉਹਦੇ ਕੋਲ ਇਨਕਮ ਮੈਥਡ ਨਹੀਂ ਹੈ, ਇਨਕਮ ਨਹੀਂ ਸ਼ੋਅ ਕਰ ਪਾ ਰਿਹਾ, ਤਾਂ ਉਹ ਲੋਨ ਵੀ ਨਹੀਂ ਮਿਲ ਸਕਦਾ। ਸੋ ਆਪਾਂ ਨੂੰ ਦੇਖਣਾ ਪਊਗਾ ਵੀ ਕਿਹੜੇ ਲੋਕ ਗਰੀਬ ਹੈ, ਜਿਨ੍ਹਾਂ ਦੀ ਜ਼ਰੂਰਤਾਂ ਨਹੀਂ ਪੂਰੀਆਂ ਹੋ ਸਕਦੀਆਂ ਔਰ ਉਹ ਖੇਤੀ ਵੀ ਪ੍ਰੋਪਰ ਨਹੀਂ ਕਰ ਸਕਦੇ। ਸੋ ਆਪਾਂ ਨੂੰ ਪੂਰੀ ਇਨਫੋਰਮੇਸ਼ਨ ਲੈਣੀ ਪਊਗੀ। ਨੈਕਸਟ ਆਪਣੇ ਕੋਲ ਆ ਗਿਆ ਡਿਵੈਲਪਮੈਂਟ ਆਫ ਦੀ ਪ੍ਰੋਡਕਟਿਵ ਰਿਸੋਰਸਿਸ। ਹੁਣ ਦੇਖੋ ਪ੍ਰੋਡਕਟਿਵ ਰਿਸੋਰਸਿਸ ਕਿਹੜੇ ਹੁੰਦੇ ਆ, ਜਿਹੜੇ ਆਪਾਂ ਨੂੰ ਪ੍ਰੋਡਕਸ਼ਨ ਕਰਨ ਦੇ ਵਿੱਚ ਹੈਲਪ ਕਰਦੇ ਆ, ਉਹਨੂੰ ਆਪਾਂ ਕਹਿੰਦੇ ਹਾਂ ਜੀ ਪ੍ਰੋਡਕਟਿਵ ਰਿਸੋਰਸਿਸ। ਹੁਣ ਦੇਖੋ ਹਰ ਇੱਕ ਲੋਕੈਲਿਟੀ ਉੱਪਰ ਪ੍ਰੋਡਕਸ਼ਨ ਹੁੰਦੀ ਹੈ। ਸੋ ਆਪਾਂ ਕੀ ਦੇਖਣਾ ਹੈ, ਜਿਹੜੇ ਆਪਣੇ ਕੋਲ ਅਵੇਲੇਬਲ ਰਿਸੋਰਸਿਸ ਹੈਗੇ ਆ, ਅਸੀਂ ਉਹਨਾਂ ਨੂੰ ਮੈਕਸਿਮਮ ਯੂਟੀਲਾਈਜ਼ ਕਰਨਾ। ਮਤਲਬ ਉਹਨਾਂ ਦੀ ਵੇਸਟੇਜ ਨਹੀਂ ਹੋਣੀ ਚਾਹੀਦੀ। ਅਗਰ ਉਹਨਾਂ ਦੀ ਪ੍ਰੋਡਕਸ਼ਨ ਕਪੈਸਿਟੀ 10 ਪੀਸ ਹੈ ਤਾਂ 10 ਪੀਸ ਆਪਾਂ ਉਹਨਾਂ ਤੋਂ ਪ੍ਰੋਡਕਸ਼ਨ ਲੈਣੀ ਹੈ। ਦਿਸ ਇਜ਼ ਐਗਜ਼ਾਮਪਲ। ਅਗਰ 10 ਪੀਸ ਦੀ ਕਪੈਸਿਟੀ ਹੈ, ਤੁਸੀਂ ਪ੍ਰੋਡਕਸ਼ਨ 4 ਪੀਸ ਦੀ ਲੈ ਰਹੇ ਹੋ, ਇਟ ਮੀਨਸ ਉਹ ਵੇਸਟ ਹੋ ਰਿਹਾ ਹੈ, ਠੀਕ ਹੈ ਨਾ, ਉਹਦੀ ਵੇਸਟੇਜ ਨਹੀਂ ਹੋਣੀ ਚਾਹੀਦੀ। ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਬੈਟਰ ਅਫੋਰਡੇਬਲ ਐਕਸੈਸ ਹੈਲਥ ਕੇਅਰ। ਹੁਣ ਦੇਖੋ ਹੈਲਥ ਕੇਅਰ ਫੈਸਿਲਿਟੀਜ਼ ਬਹੁਤ ਵਧੀਆ ਹੋਣੀਆਂ ਚਾਹੀਦੀਆਂ। ਅਗਰ ਤੁਸੀਂ ਪ੍ਰੋਡਕਟਿਵ ਰਿਸੋਰਸਿਸ ਲੈਣੇ ਹੈ ਤਾਂ ਉਹਦੇ ਵਾਸਤੇ ਕੀ ਹੈ, ਹੈਲਥ ਕੇਅਰ ਫੈਸਿਲਿਟੀਜ਼ ਚਾਹੀਦੀਆਂ, ਵਰਕ ਪਲੇਸਿਸ ਚਾਹੀਦੀਆਂ, ਐਜੂਕੇਸ਼ਨ ਚਾਹੀਦੀ ਹੈ, ਉਹਨਾਂ ਵਾਸਤੇ ਘਰ ਬਣੇ ਹੋਣੇ ਚਾਹੀਦੇ ਆ, ਠੀਕ ਹੈ ਨਾ। ਅਗਰ ਤੁਸੀਂ ਡਿਵੈਲਪਮੈਂਟ ਕਰਨਾ ਚਾਹੁੰਦੇ ਹੋ ਪ੍ਰੋਡਕਟਿਵ ਰਿਸੋਰਸਿਸ ਦੀ, ਬੰਦਾ ਵੀ ਤਾਂ ਪ੍ਰੋਡਕਟਿਵ ਰਿਸੋਰਸ ਹੈ, ਇਕੱਲੀ ਮਸ਼ੀਨਰੀ ਨਹੀਂ ਹੈ, ਬੰਦਾ ਵੀ ਤਾਂ ਪ੍ਰੋਡਕਸ਼ਨ ਕਰਦਾ ਹੈ। ਸੋ ਉਹਦੇ ਵਾਸਤੇ ਕੀ ਐਮਪਲੋਇਮੈਂਟ ਇਨ ਫਾਰਮ ਏਰੀਆ। ਹੁਣ ਦੇਖੋ ਜੇ ਤੁਸੀਂ ਇਨਵੈਸਟਮੈਂਟ ਕਰਦੇ ਹੋ, ਅਪਰਚੁਨਿਟੀ ਇਨਵੈਸਟਮੈਂਟ, ਬੰਦੇ ਕੋਲ ਅਪਰਚੁਨਿਟੀ ਜ਼ੋਨ ਵੀ, ਐਗਰੀਕਲਚਰ ਵੀ ਇਨਵੈਸਟਮੈਂਟ ਕਰੂਗਾ। ਹੁਣ ਦੇਖੋ ਸਾਫ਼ ਜੀ ਗੱਲ ਹੈ, ਬੰਦਾ ਇਨਵੈਸਟਮੈਂਟ ਤਾਂ ਕਰੂਗਾ ਜਿਹਨੂੰ ਪ੍ਰੋਫਿਟ ਹੋਊਗਾ। ਉਹਨੂੰ ਪਤਾ ਵੀ ਉਹਨੂੰ ਐਗਰੀਕਲਚਰ ਤੋਂ ਬਚਣਾ ਹੀ ਕੱਖ ਨਹੀਂ, ਠੀਕ ਹੈ ਨਾ। ਸੋ ਇਨਵੈਸਟਮੈਂਟ ਕਿਉਂ ਕਰੂਗਾ। ਸੋ ਗੌਰਮੈਂਟ ਕੀ ਹੈ, ਇੱਦਾਂ ਦੀ ਸਕੀਮ ਚਲਾਊਗੀ ਵੀ ਤੁਸੀਂ ਆਹ ਇਨਵੈਸਟਮੈਂਟ ਕਰੋ ਐਗਰੀਕਲਚਰ ਦੇ ਵਿੱਚ, ਠੀਕ ਹੈ ਨਾ, ਆਹ ਫਸਲ ਉਗਾਓ, ਤੁਹਾਨੂੰ ਜਿਹੜੀ ਗੌਰਮੈਂਟ ਆ ਉਹਦਾ ਇੰਨਾ ਮੁੱਲ ਦਊਗੀ, ਤਾਂ ਬੰਦਾ ਕੀ ਉੱਥੇ ਇਨਵੈਸਟ ਵੀ ਕਰੂਗਾ। ਸੋ ਦੀਜ਼ ਆਰ ਦੀ ਚੈਲੰਜਿਸ, ਠੀਕ ਹੈ ਨਾ। ਰੂਰਲ ਡਿਵੈਲਪਮੈਂਟ, ਰੂਰਲ ਏਰੀਆ ਨੂੰ ਡਿਵੈਲਪ ਕਰਨਾ ਸੌਖਾ ਨਹੀਂ ਹੁੰਦਾ। ਸੋ ਚੈਲੰਜਿਸ ਤਾਂ ਹੋਰ ਵੀ ਬਹੁਤ ਨੇ। ਸੋ ਇਹਨਾਂ ਵਿੱਚ ਕੀ ਆ, ਮੇਨ ਉਹਨਾਂ ਨੇ ਆਹ ਵਾਲੇ ਚੈਲੰਜਿਸ ਉਹਨਾਂ ਨੇ ਐਕਸਪਲੇਨ ਕੀਤੇ ਹੋਏ ਹੈ ਅਕੋਰਡਿੰਗ ਟੂ ਯਰ ਸਿਲੇਬਸ। ਸੋ ਦੀਜ਼ ਆਰ ਦੀ ਚੈਲੰਜਿਸ ਆਫ ਦੀ ਰੂਰਲ ਏਰੀਆ। ਅਗਰ ਇਹ ਸਾਰੇ ਚੈਲੰਜਿਸ ਆਪਾਂ ਐਕਸੈਪਟ ਕਰ ਲਈਏ, ਅਸੀਂ ਡਿਵੈਲਪ ਕਰਤਾ, ਤਾਂ ਆਪਣੇ ਕੋਲ ਰੂਰਲ ਏਰੀਆ ਓਵਰਆਲ ਡਿਵੈਲਪ ਹੋ ਜਾਊਗਾ। ਸੋ ਦਿਸ ਇਜ਼ ਆ ਰੂਰਲ ਡਿਵੈਲਪਮੈਂਟ। ਰੂਰਲ ਡਿਵੈਲਪਮੈਂਟ ਹੁੰਦਾ ਕੀ ਹੈ ਔਰ ਇਹਨੂੰ ਡਿਵੈਲਪ ਕਰਨ ਵਿੱਚ ਗੌਰਮੈਂਟ ਨੂੰ ਕਿਹੜੇ ਕਿਹੜੇ ਚੈਲੰਜਿਸ ਆ ਸਕਦੇ ਆ। ਸੋ ਦੀਜ਼ ਆਰ ਦੀ ਚੈਲੰਜਿਸ।